किसान वीरो, मैं हाँ बलविंदर सिंह ते हाज़र हैं जी प्रोग्राम मेरा पिंड मेरे खेत लैके। इस प्रोग्राम के तहत तुहानूं पता है कि असी ਵੱਖ-ਵੱਖ विषयों ते गलबात करते रहने ते तुहानूं प्रोग्राम दिखाते रहने ते भरपूर जानकारी देने की कोशिश भी करते हैं। इस लड़ी के तहत किसान वीरो अज असी जिस विषय ते गलबात करन जा रहे हैं वो विषा बहुत ही अहम है, खेतीबाड़ी नाल संबंधित है तुहानूं पता। और इस विषय ते गलबात करन लई साडे नाल पंजाब खेतीबाड़ी यूनीवर्सिटी के डॉक्टर हरलीन कौर जी जिहड़े कि प्रिंसीपल पैथोलॉजिस्ट ने मक्की विभाग दे, वो साडे नाल ने। अज असीं इन्हां नाल गलबात करनी आ कि मक्की दी फसल किहो जी फसल है और इस फसल नूं किहड़ियां किहड़ियां जिहड़ियां बीमारियां वो लग सकदियां। तुसीं ये भी जानते हो कि कणक की वाढी तो बाद जदों असीं कणक की फसल साਂਭ लैंदे आ ते लगभग जून के पहले हफ्ते मक्की की बिजाई जिहड़ी आ असीं शुरुआत करते हैं। डॉक्टर साहब सब तो पहला बहुत बहुत स्वागत है साडे प्रोग्राम च तुहाडा। और जिवें मैं दस ही दिता कि असीं अज मक्की की फसल बारे तुहाडे तो जानकारी लैनी है। तुसीं प्रिंसीपल पैथोलॉजिस्ट हो मक्की विभाग विच, ते जिहड़ी मक्की की फसल है ये कदों असीं लाउने आ ते बिजाई कदों शुरू हुंदी है? सब तो पहलां तां साडे किसान वीरां नूं इह दसो। हाँ जी किसान वीरों, सौनी मक्की की जी बिजाई हैगी है, जो सिफारिश किया समा है वो 25 मई तो लैके 30 जून के तक साड़ी सिफारिश हैगी है, डेट जी रिकमेंडेड टाइम है। तो वो अपने PAU वालों सिफारिश कीतियां किस्मां जिमें कि हाइब्रिड्स हैगी है, PMH 13 है, PMH 11 है, PMH 1 है, या फिर कंपोजिट्स हैगियां जिमें JC 12 JC 4 है, उन्हां दी असीं काशत जिहड़ी है वो कर सकते हाँ। ਇਹਦੇ ਨਾਲ ਡਾਕਟਰ ਸਾਹਿਬ ਜਦੋਂ ਤੁਸੀਂ ਦੱਸ ਦਿੱਤਾ ਕਿ ਇੰਨੀ ਤਰੀਕ ਤੋਂ ਲਾ ਕੇ ਇਹ ਸਮਾਂ ਜਿਹੜਾ ਹੈ ਉਹ ਮੱਕੀ ਦੀ ਬਿਜਾਈ ਦਾ, ਔਰ ਇੱਕ ਤਾਂ ਮੈਂ ਬੀਜ ਦੇ ਬਾਰੇ ਖਾਸ ਤੌਰ ਤੇ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਯੂਨੀਵਰਸਿਟੀ ਜਿਹੜੀ ਆ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਪਹਿਲਾਂ ਸੰਪਰਕ ਕਰਦੇ ਨੇ ਜਾਂ ਬੀਜਾਂ ਬਾਰੇ ਜਿਹੜੀ ਆ ਜਾਣਕਾਰੀ ਕਿਸਾਨ ਵੀਰਾਂ ਨੂੰ ਜਿਹੜੀ ਯੂਨੀਵਰਸਿਟੀ ਦਿੰਦੀ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿਹੜੇ ਕਿਹੜੇ ਬੀਜ ਅੱਛੇ ਆ ਤਾਂ ਇਹ ਕਿਸਾਨ ਵੀਰ ਕਿੱਦਾਂ ਅਪਰੋਚ ਕਰ। बीज जिहड़ा हैगा बहुत ही इंपॉर्टेंट चीज़ हैगी है जो आप मक्की की बिजाई की गल करते हाँ। सो रोग रहित बीज जिहड़े असीं कहने हैं कि वही किसान वीर अपने खेतों के विच लाण, क्योंकि जे अपना बीज ही किसी रोग नाल संपर्क विच आया होया है तो उसनूं असीं जिहड़ी बीमारी हैगी बीज का गलना अते पुंगार का झुलस रोग उसका हमला हो सकता है। और ये बीमारी जिहड़ी है 2 फेजिज दे विच आउंदी है। एक आपां कहने हैं कि बीज का गलना जिन्हों आपां सीड रॉटिंग भी कहने हैं, यानी कि बीज घट जमदा है और वो खेत दे विच ही पिया पिया गल जाता है। ਉਹਦੇ ਵਿੱਚ ਜਿਹੜੇ ਹੈ ਬੂਟੀਆਂ ਦੀ ਗਿਣਤੀ ਜਿਹੜੀ ਹੈ ਖੇਤ ਦੇ ਵਿੱਚੋਂ ਘਟ ਜਾਂਦੀ ਹੈ, ਉਹ ਹੈਗੀ ਹੈ ਸੀਡ ਰॉट। दूसरा ਜਿਹੜਾ ਫੇਜ਼ ਹੈਗਾ ਉਹ ਹੈਗਾ ਸੀਡਲਿੰਗ ਬਲਾਈਟ ਦਾ, ਜਦੋਂ ਕਿ ਬੂਟੇ ਛੋਟੇ ਛੋਟੇ ਆਪਣੇ ਖੇਤ ਦੇ ਵਿੱਚ ਹੁੰਦੇ ਹਨ, ਉਹਨਾਂ ਦੇ ਵਿੱਚ ਜਿਹੜਾ ਹੈਗਾ ਬੂਟੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗਲੇ ਦੇ ਉੱਤੇ ਜਿਹੜੀ ਹੈ ਉੱਲੀ ਦਾ ਹਮਲਾ ਹੋ ਸਕਦਾ ਹੈ। ਸੋ ਉਹਦੇ ਨਾਲ ਉਹ ਬੂਟੇ ਜਿਹੜੇ ਹੈ ਸੁੱਕ ਜਾਂਦੇ ਹਨ ਤੇ ਹੌਲੀ ਹੌਲੀ ਮਰਨੇ ਸ਼ੁਰੂ ਹੋ ਜਾਂਦੇ ਹਨ। ਸੋ ਇਸ ਦੇ ਲਈ ਆਪਾਂ ਨੂੰ ਇਹ ਚਾਹੀਦਾ ਹੈ ਕਿ ਕਿਸਾਨ ਵੀਰ ਜਿੱਥੋਂ ਵੀ ਬੀਜ ਲੈਂਦੇ ਹਨ, ਜੇ PAU ਵਾਲਾ ਹੈ ਤਾਂ ਉਹ ਬੀਜ ਜਿਹੜਾ ਹੈਗਾ ਰੋਗ ਰਹਿਤ ਬੀਜ ਹੈ, ਤੇ ਜਿੱਥੇ ਵੀ ਉਹ ਲਾਉਂਦੇ ਹਨ ਉੱਥੇ ਜਿਹੜਾ ਖੇਤ ਦੇ ਵਿੱਚ ਜਿਹੜਾ ਪਾਣੀ ਦਾ ਨਿਕਾਸ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਇਹ ਬਿਮਾਰੀ ਦਾ ਜਿਹੜਾ ਅਸਰ ਹੈ ਉਹ ਘੱਟ ਹੁੰਦਾ ਹੈ। ਡਾਕਟਰ ਸਾਹਿਬ ਤੁਸੀਂ ਬੀਜ ਬਾਰੇ ਤਾਂ ਦੱਸਤਾ ਕਿ ਵੀ ਇਹ ਪ੍ਰੋਬਲਮ ਵੀ ਆਉਂਦੀ ਹੈ ਤੇ ਕਿਸਾਨ ਵੀਰਾਂ ਨੂੰ ਜਿਹੜੇ ਬੀਜ ਹੈ ਉਹ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਜਿਹੜੇ ਆ ਜਾਂ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਣੇ ਚਾਹੀਦੇ ਆ ਜਾਂ ਰਿਕਮੈਂਡਡ ਜਿਹੜੇ ਆ ਉਹ ਜਗ੍ਹਾ ਹੈ ਉੱਥੋਂ ਲੈਣੀਆਂ ਚਾਹੀਦੀਆਂ। ਡਾਕਟਰ ਸਾਹਿਬ ਇੱਕ ਗੱਲ ਹੈ ਕਿ ਬੀਜ ਤਾਂ ਹੋ ਗਿਆ, ਮੱਕੀ ਦੀ ਬਿਜਾਈ ਜਿਹੜੀ ਅਸੀਂ ਕਰਤੀ, ਗੋਡਿਆਂ ਤੱਕ ਫਸਲ ਆ ਜਾਂਦੀ ਹੈ ਸਾਡੀ ਮੱਕੀ ਦੀ, ਹਰਿਆਲੀ ਸ਼ੁਰੂ ਹੋ ਜਾਂਦੀ ਆ, ਉਦੋਂ ਕਿਹੜੀ ਬਿਮਾਰੀ ਜਿਹੜੀ ਆ ਸਾਡੇ ਕਿਸਾਨ ਵੀਰ ਕੀ ਧਿਆਨ ਰੱਖਣ ਵੀ ਉਸ ਲੈਵਲ 'ਤੇ ਵੀ ਜਿਹੜੀ ਮੱਕੀ ਦੀ ਫਸਲ ਨੂੰ ਕੋਈ ਬਿਮਾਰੀ ਲੱਗ ਸਕਦੀ ਹੈ? ਜਦੋਂ ਆਪਣੀ ਫਸਲ 30 ਤੋਂ 35 ਦਿਨ ਦੀ ਫਸਲ ਹੋ ਜਾਂਦੀ ਹੈ ਤੇ ਉਸ 'ਤੇ ਆਪਣਾ ਜਿਹੜਾ ਝੁਲਸ ਰੋਗ ਦਾ ਹਮਲਾ ਹੋ ਸਕਦਾ ਹੈ। ਔਰ ਇਹ ਝੁਲਸ ਰੋਗ ਜਿਹੜਾ 2 ਪ੍ਰਕਾਰ ਦਾ ਹੋ ਸਕਦਾ ਹੈ। ਇੱਕ ਤਾਂ ਹੈ ਪੱਤਾ ਝੁਲਸ ਰੋਗ ਜਿਸ ਨੂੰ ਆਪਾਂ ਮੇਡਿਸ ਲੀਫ ਬਲਾਈਟ ਕਹਿੰਦੇ ਹਾਂ। ਇੱਕ ਦੂਸਰਾ ਹੈਗਾ ਪੱਤਿਆਂ ਅਤੇ ਟਾਂਡੇ ਦਾ ਝੁਲਸ ਰੋਗ, ਉਸਨੂੰ ਆਪਾਂ ਬੈਂਡਡ ਲੀਫ ਐਂਡ ਸ਼ੀਥ ਬਲਾਈਟ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ। ਔਰ ਇਹ ਜਿਹੜੀ ਬੈਂਡਡ ਲੀਫ ਐਂਡ ਸ਼ੀਥ ਬਲਾਈਟ ਦੀ ਬਿਮਾਰੀ ਹੈ ਇਹ ਸੇਮ ਹੀ ਬਿਮਾਰੀ ਇੱਕ ਉੱਲੀ ਦੇ ਨਾਲ ਹੁੰਦੀ ਹੈ ਜੋ ਕਿ ਝੋਨੇ ਦੇ ਉੱਤੇ ਵੀ ਇਸ ਦਾ ਹਮਲਾ ਹੋ ਸਕਦਾ ਹੈ ਔਰ ਇਹਦੀਆਂ ਨਿਸ਼ਾਨੀਆਂ ਵੀ ਸੇਮ ਹੀ ਹਨ। ਔਰ ਇਹਨਾਂ ਦੋਨਾਂ ਜਿਹੜੇ ਝੁਲਸ ਰੋਗ ਹੈਗੇ ਆ ਇਹਨਾਂ ਨੂੰ ਕਿਸਾਨ ਬੜੇ ਆਸਾਨੀ ਦੇ ਨਾਲ ਇਹਨਾਂ ਦੀ ਪਹਿਚਾਣ ਕਰ ਸਕਦੇ ਹਨ। ਜਿਹੜਾ ਪੱਤਿਆਂ ਅਤੇ ਟਾਂਡੇ ਦਾ ਝੁਲਸ ਰੋਗ ਹੈ ਉਹਦੇ ਵਿੱਚ ਜਿਹੜਾ ਟਾਂਡੇ ਦੇ ਦੁਆਲੇ ਪੱਤੇ ਜਾਂ ਛੱਲੀਆਂ ਦੇ ਦੁਆਲੇ ਜਿਹੜੇ ਪਰਦੇ ਹਨ ਉਹਨਾਂ ਦੇ ਉੱਤੇ ਜਿਹੜੇ ਨਿਸ਼ਾਨ ਪੈ ਜਾਂਦੇ ਹਨ, ਉਹ ਨਿਸ਼ਾਨ ਜਿਹੜੇ ਹੈਗੇ ਆ ਉਹ ਗੂੜੇ ਅਤੇ ਫਿੱਕੇ ਰੰਗ ਦੇ ਸਲੇਟੀ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ ਔਰ ਇਹ ਧੱਬੇ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜੇ ਹੈ ਕੌਡੀਆਂ ਵਰਗੇ ਨਜ਼ਰ ਆਉਂਦੇ ਹਨ, ਜਿਵੇਂ ਕਿ ਸੱਪ ਕੌਡੀਆਂ ਵਰਗਾ ਸੱਪ ਹੁੰਦਾ ਉਹ ਤਣੇ ਦੇ ਉੱਤੇ ਤੁਰਿਆ ਹੋਵੇ,
ਉਸ ਤਰ੍ਹਾਂ ਦੇ ਨਿਸ਼ਾਨ ਆਉਂਦੇ ਹਨ। ਤੇ ਜਦੋਂ ਅਖੀਰ ਦੇ ਵਿੱਚ ਜਦੋਂ ਫਸਲ ਪੱਕਣ ਤੇ ਆਉਂਦੀ ਹੈ ਤਾਂ ਇਸ ਬਿਮਾਰੀ ਦੇ ਵਿੱਚ ਜਿਹੜੇ ਹੈ ਆਪਾਂ ਨੂੰ ਕਾਲੇ ਰੰਗ ਦੇ ਜਿਵੇਂ ਗਟੋਲੀਆਂ ਬਣ ਜਾਂਦੀਆਂ ਹਨ, ਜਿਹਨੂੰ ਆਪਾਂ ਸਕਲਰੋਸ਼ੀਆ ਕਹਿੰਦੇ ਆ, ਉਹ ਆਪਾਂ ਨੂੰ ਪਰਦਿਆਂ ਤੇ, ਛੱਲੀਆਂ ਦੇ ਪਰਦਿਆਂ ਤੇ ਅਤੇ ਪੱਤਿਆਂ ਦੇ ਉੱਤੇ ਵੀ ਨਜ਼ਰ ਆਉਂਦੀਆਂ ਹਨ। ਤੇ ਹੌਲੀ ਹੌਲੀ ਜਿਹੜੀ ਛੱਲੀਆਂ ਹੈ ਉਹ ਸੁੱਕਦੀਆਂ ਜਾਂਦੀਆਂ ਹਨ। ਔਰ ਇਹ ਜਿਹੜੇ ਬੀਜਾਣੂ ਹੈਗੇ ਸਕਲਰੋਸ਼ੀਆ ਨੇ, ਇਹ ਜਦੋਂ ਆਪਾਂ ਮੱਕੀ ਨੂੰ ਵੱਢ ਲੈਂਦੇ ਹਾਂ ਤੇ ਇਹ ਆਪਣੀ ਮਿੱਟੀ ਦੇ ਵਿੱਚ ਮਿਲ ਜਾਂਦੇ ਹਨ ਔਰ ਕਈ ਸਾਲਾਂ ਤੱਕ ਜਿਹੜਾ ਹੈਗਾ ਮਿੱਟੀ ਦੇ ਵਿੱਚ ਇਹ ਜ਼ਿੰਦਾ ਰਹਿੰਦੇ ਹਨ। ਔਰ ਜਦੋਂ ਫਿਰ ਅੱਗੋਂ ਅਨੁਕੂਲ ਮੌਸਮ ਹੁੰਦਾ ਹੈ ਤਾਂ ਫਿਰ ਇਹ ਬਿਮਾਰੀ ਜਿਹੜੀ ਹੈ ਲਾ ਦਿੰਦੇ ਹਨ। ਤੇ ਦੂਸਰਾ ਜਿਹੜਾ ਝੁਲਸ ਰੋਗ ਹੈ ਉਹ ਹੈਗਾ ਪੱਤਾ ਝੁਲਸ ਰੋਗ। ਉਸ ਦੀਆਂ ਨਿਸ਼ਾਨੀਆਂ ਕਿਸਾਨ ਵੀਰ ਬਹੁਤ ਹੀ ਆਸਾਨੀ ਦੇ ਨਾਲ ਉਹਨੂੰ ਪਹਿਚਾਣ ਕਰ ਸਕਦੇ ਹਨ। ਜਿਹੜੇ ਪੱਤਿਆਂ ਦੇ ਉੱਤੇ ਪੀਲੇ ਜਾਂ ਭੂਰੇ ਰੰਗ ਦੇ ਤਕਲਿਆਂ ਵਰਗੇ ਧੱਬੇ ਪੈ ਜਾਂਦੇ ਹਨ, ਜਿਹਨੂੰ ਆਪਾਂ ਸਪਿੰਡਲ ਸ਼ੇਪਡ ਲੀਜਨਸ ਕਹਿੰਦੇ ਹਾਂ। ਔਰ ਇਹ ਜਿਹੜੀਆਂ ਧੱਬੇ ਹਨ ਇੱਕ ਦੂਜੇ ਨਾਲ ਮਿਲ ਕੇ ਬੇਢੱਬੀ ਜਿਹੀ ਸ਼ਕਲ ਬਣਾ ਲੈਂਦੇ ਹਨ। ਔਰ ਜਿਹੜੀਆਂ ਆਪਣੀਆਂ ਕਿਸਮਾਂ ਜਿਨ੍ਹਾਂ ਦੇ ਵਿੱਚ ਇਸ ਬਿਮਾਰੀ ਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਹੈ, ਉਹਨਾਂ ਦੇ ਵਿੱਚ ਜਿਹੜੇ ਹੈ ਪੱਤੇ ਉਹ ਸੁੱਕ ਜਾਂਦੇ ਹਨ। ਤੇ ਈਵਨ ਇਹ ਜਿਹੜੇ ਆ ਲੱਛਣ ਹੈਗੇ ਆ, ਇਹ ਛੱਲੀਆਂ ਦੇ ਪਰਦਿਆਂ ਤੇ ਵੀ ਨਜ਼ਰ ਆਉਂਦੇ ਹਨ। ਡਾਕਟਰ ਸਾਹਿਬ, ਝੁਲਸ ਰੋਗ ਬਾਰੇ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਬੜੀ ਅੱਛੀ ਜਾਣਕਾਰੀ ਹੈ ਵੀ ਦੋ ਤਰ੍ਹਾਂ ਨਾਲ ਜਿਹੜਾ ਝੁਲਸ ਰੋਗ ਹੈ ਉਹ ਹੋ ਸਕਦਾ, ਇੱਕ ਤਾਂ ਟਾਂਡਿਆਂ ਨੂੰ ਤੇ ਦੂਜਾ ਪੱਤਿਆਂ ਨੂੰ। ਕਦੇ ਕਦੇ ਇਹ ਵੀ ਦੇਖਣ 'ਚ ਆਉਂਦਾ ਹੈ ਕਿ ਜਿਹੜੇ ਮੱਕੀ ਦੇ ਟਾਂਡੇ ਆ, ਜਿਹੜੀ ਉਹਦੀ ਜੜ੍ਹ ਹੈ, ਉੱਥੇ ਵੀ ਕੋਈ ਨਾ ਕੋਈ ਬਿਮਾਰੀ ਕਈ ਵਾਰੀ ਲੱਗਦੀ ਨਜ਼ਰ ਆਉਂਦੀ ਆ ਤੇ ਟਾਂਡਾ ਜਿਹੜਾ ਸੁੱਕਦਾ ਨਜ਼ਰ ਆਉਂਦਾ। ਇੱਕ ਤਾਂ ਝੁਲਸ ਰੋਗ ਬਾਰੇ ਵੀ ਕਿਸਾਨ ਪਤਾ ਲੱਗ ਗਿਆ ਕਿ ਇਹ ਰੋਗ ਹੈ, ਉਹਨੂੰ ਕਿਹੜੀ ਦਵਾਈ ਪਾ ਸਕਦੇ ਆ। ਇੱਕ ਜੇ ਟਾਂਡਿਆਂ ਦੇ ਥੱਲੇਲੇ ਮੁੱਢਾਂ 'ਚ ਕਈ ਵਾਰੀ ਇੱਦਾਂ ਦੀ ਬਿਮਾਰੀ ਆ ਜਾਂਦੀ, ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਇਹਦੇ ਵਿੱਚ ਜਿਹੜਾ ਪੱਤਾ ਝੁਲਸ ਰੋਗ ਹੈ ਉਹਦੇ ਬਾਰੇ ਮੈਂ ਦੋ ਗੱਲਾਂ ਕਿਸਾਨਾਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਹੜਾ ਮੇਡੀਸ ਲੀਫ ਲਾਈਟ ਦੀ ਆਪਾਂ ਪਹਿਲਾਂ ਗੱਲ ਕਰਾਂਗੇ। ਇਹਦੇ ਵਿੱਚ ਜਿਹੜਾ ਆਪਣਾ ਰਿਕਮੈਂਡਡ ਡੇਟ ਆਫ ਸੋਇੰਗ ਹੈ 25 ਮਈ ਤੋਂ ਲੈ ਕੇ 30 ਜੂਨ ਤੱਕ, ਜੇ ਕਿਸਾਨ ਵੀਰ ਇਸ ਸਮੇਂ ਦੇ ਦੌਰਾਨ ਫਸਲ ਆਪਣੀ ਲਾਉਂਦੇ ਹਨ ਤਾਂ ਇਸ ਬਿਮਾਰੀ ਦਾ ਹਮਲਾ ਕਾਫੀ ਘੱਟ ਜਾਂਦਾ ਹੈ। ਜਦੋਂ ਆਪਾਂ ਪਛੇਤੀ ਬਿਜਾਈ ਕਰਦੇ ਹਾਂ ਤਾਂ ਇਸ ਬਿਮਾਰੀ ਦਾ ਹਮਲਾ ਵੱਧ ਜਾਂਦਾ ਹੈ। ਦੂਸਰੀ ਜਿਹੜੀ ਗੱਲ ਹੈ, ਜਿਹੜੀਆਂ ਆਪਣੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਨੇ, ਜਿਵੇਂ ਕਿ PMH 13 ਹੈ, PMH 11 ਹੈ, PMH 1 ਹੈ, ਜੇ ਆਪਾਂ ਉਹਨਾਂ ਦੀ ਬਿਜਾਈ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਸ ਬਿਮਾਰੀ ਨੂੰ ਟਾਕਰਾ ਕਰਨ ਦੀ ਸਮਰੱਥਾ ਹੈ। ਔਰ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਇਸ ਬਿਮਾਰੀ ਦਾ ਹਮਲਾ ਬਹੁਤ ਘੱਟ ਹੁੰਦਾ ਹੈ। ਜੇ ਹੋਰ ਕਿਸੇ ਕਿਸਮ ਤੇ ਜੇ ਕਿਸਾਨ ਵੀਰਾਂ ਨੂੰ ਇਸ ਦਾ ਹਮਲਾ ਨਜ਼ਰ ਆਵੇ ਤਾਂ ਸਾਡੇ ਕੋਲ ਇੱਕ ਸਿਫਾਰਿਸ਼ ਦਵਾਈ ਹੈ ਇੰਡੋਫਿਲ M45 ਦੀ। ਉਹ ਅਸੀਂ 200 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਸ ਦਾ ਛਿੜਕਾਅ ਕਰ ਦਈਏ ਤੇ ਲੋੜ ਪੈਣ ਤੇ ਅਸੀਂ ਦੂਜਾ ਜਾਂ ਤੀਜਾ ਛਿੜਕਾਅ ਜਿਹੜਾ ਹੈਗਾ ਉਹ ਆਪਾਂ 10 ਦਿਨਾਂ ਦੀ ਵਿਕਤ ਤੇ ਕਰ ਸਕਦੇ ਹਾਂ। ਤੇ ਦੂਸਰੀ ਜਿਹੜੀ ਬਿਮਾਰੀ ਮੈਂ ਦੱਸੀ ਹੈਗੀ ਹੈ ਬੈਂਡਡ ਲੀਫ ਐਂਡ ਸ਼ੀਥ ਬਲਾਈਟ ਦੀ, ਉਹਦੇ ਵਾਸਤੇ ਜਿਵੇਂ ਮੈਂ ਦੱਸਿਆ ਕਿ ਸਕਲਰੋਸ਼ੀਆ ਬਣ ਜਾਂਦੇ ਹਨ, ਜਿਵੇਂ ਉਹਦੇ ਮਿੱਟੀ ਦੇ ਵਿੱਚ ਰਹਿੰਦੇ ਹਨ। ਜਦੋਂ ਉਹਦਾ ਮੌਸਮ ਅਨੁਕੂਲ ਹੁੰਦਾ ਹੈ ਤਾਂ ਉਹ ਫਿਰ ਦੁਬਾਰਾ ਜਿਹੜੀ ਬਿਮਾਰੀ ਲਾਗ ਲਾਉਣ ਦੇ ਕੰਮ ਆਉਂਦਾ ਹੈ। ਸੋ ਉਸ ਤੋਂ ਬਚਣ ਲਈ ਜਿਹੜੀ ਉਹ ਬਿਮਾਰੀ ਹੈ ਉਹ ਮਿੱਟੀ ਤੋਂ ਸ਼ੁਰੂ ਹੁੰਦੀ ਹੈ। ਸੋ ਟਾਂਡਿਆਂ ਦੇ ਜਿਹੜਾ ਦੂਜੀ ਜਾਂ ਤੀਜੀ ਗੰਢ ਤੋਂ ਆਪਾਂ ਨੂੰ ਉਹਦੇ ਸਿੰਪਟਮਸ ਨਜ਼ਰ ਆਉਣ ਲੱਗਦੇ ਹਨ। ਸੋ ਕਿਸਾਨ ਵੀਰ ਜਦੋਂ ਵੀ ਇਹ ਜਿਹੜੇ ਹੈਗੇ ਲੱਛਣ ਆਪਣੇ ਖੇਤ ਦੇ ਵਿੱਚ ਦੇਖਣ ਵੀ ਇਹ ਬੂਟੇ ਸਾਡੇ ਇਨਫੈਕਟ ਹੋਏ ਆ, ਤਾਂ ਆਪਣੀ ਇੱਕ ਸਿਫਾਰਿਸ਼ ਦਵਾਈ ਹੈਗੀ ਹੈ ਐਮੀਸਟਾਰ ਟੌਪ 325 SC, ਉਹ ਅਸੀਂ 100 ਮਿਲੀਲੀਟਰ ਲੈ ਕੇ ਉਹਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਕਰ ਸਕਦੇ ਹਾਂ। ਤੇ ਲੋੜ ਪੈਣ ਤੇ ਉਸ ਦਾ ਦੂਜਾ ਛਿੜਕਾਅ ਜਿਹੜਾ ਹੈਗਾ ਉਹ 15 ਦਿਨ ਦੇ ਵਕਫੇ ਤੇ ਕਰ ਸਕਦੇ ਹਾਂ। ਡਾਕਟਰ ਸਾਹਿਬ, ਮਿੱਟੀ ਦੀ ਤੁਸੀਂ ਗੱਲ ਕੀਤੀ ਹੈ, ਜਿਵੇਂ ਝੁਲਸ ਰੋਗ ਪੱਤਿਆਂ ਨੂੰ ਵੀ ਹੈ ਤੇ ਟਾਂਡਿਆਂ ਨੂੰ ਵੀ ਹੈ, ਵੀ ਮਿੱਟੀ ਦਾ ਕਰਕੇ ਹੁੰਦਾ। ਕਈ ਵਾਰੀ ਕਿ ਇਹ ਜਿਹੜੀ ਮੱਕੀ ਦੀ ਫਸਲ ਹੈ, ਜਦੋਂ ਕਿਸਾਨ ਸੋਚਦਾ ਵੀ ਮੈਂ ਇਹ ਫਸਲ ਜਿਹੜੀ ਆ ਮੱਕੀ ਦੀ ਬੀਜਾਂ, ਕਿ ਉਹਨੂੰ ਇਹ ਜ਼ਰੂਰਤ ਤਾਂ ਮਹਿਸੂਸ ਨਹੀਂ ਹੋਣੀ ਚਾਹੀਦੀ ਜਾਂ ਕਰਦਾ ਤਾਂ ਨਹੀਂ ਕਿ ਮੈਂ ਮਿੱਟੀ ਦੀ ਪਰਖ ਕਰਾ ਲਵਾਂ ਕਿ ਕਿਤੇ ਇਹ ਨਾ ਹੋਵੇ ਜਿਹੜੀ ਮੇਰੀ ਮੱਕੀ ਦੀ ਫਸਲ ਜਿਹੜੀ ਆ ਉਹ ਮਿੱਟੀ ਦਾ ਕਰਕੇ ਖਰਾਬ ਹੋ ਜਾਏ ਜਾਂ ਉਹ ਫਸਲ ਪੂਰੀ ਹੋਵੇ ਨਾ। ਇਹ ਜਾਂਚ ਕਰਾਉਣ ਦੀ ਵੈਸੇ ਲੋੜ ਕਿਸਾਨਾਂ ਨੂੰ ਹੈਗੀ ਹੈ ਕਿ ਨਹੀਂ? ਇਹਦੇ ਵਿੱਚ ਮੱਕੀ ਦੀ ਜਾਂਚ ਜਿਹੜੀ ਹੈ PAU ਦੇ ਜਿਹੜੇ ਸਾਇੰਸਦਾਨ ਹੈ ਉਹ ਹਮੇਸ਼ਾ ਰਿਕਮੈਂਡ ਕਰਦੇ ਹੈ ਕਿ ਤੁਸੀਂ ਕੋਈ ਵੀ ਫਸਲ ਲਗਾਉਣੀ ਉਸ ਤੋਂ ਪਹਿਲਾਂ ਆਪਾਂ ਮਿੱਟੀ ਦੀ ਜਾਂਚ ਕਰਾਈਏ। ਤੇ ਜਿੱਥੇ ਆਪਾਂ ਲਗਾਤਾਰ ਜਿਵੇਂ ਆਪਣੀ ਮੱਕੀ ਹੁੰਦੀ ਹੈ ਜਾਂ ਝੋਨਾ ਹੁੰਦਾ ਰਹਿੰਦਾ, ਉੱਥੇ ਜਿਹੜਾ ਹੈਗਾ ਇਹਦੇ ਸਕਲਰੋਸ਼ੀਆ ਜਿਵੇਂ ਮੈਂ ਗੱਲ ਕੀਤੀ ਹੈ, ਉਹਦਾ ਜਿਹੜਾ ਬਿਲਡਅਪ ਆ ਮੱਕੀ ਦੇ ਵਿੱਚ ਉਹ ਵਧੇਰੇ ਹੁੰਦਾ ਰਹਿੰਦਾ ਹੈ। ਸੋ ਅਸੀਂ ਕੁਝ ਸਾਲਾਂ ਤੋਂ ਪਿਛਲੇ ਸਰਵੇ ਦੇ ਵਿੱਚ ਵੀ ਦੇਖਿਆ ਹੈ ਕਿ ਇਹ ਜਿਹੜਾ ਇਹਦਾ ਉੱਲੀ ਹੈ, ਇਹਦੇ ਕਣ ਜਿਹੜੇ ਆ ਮਿੱਟੀ ਦੇ ਵਿੱਚ ਲਗਾਤਾਰ ਇਹ ਵੱਧਦੇ ਹੈ ਤੇ ਤਾਂ ਹੀ ਇਹ ਬਿਮਾਰੀ ਜਿਹੜੀ ਹੈ ਕੁਝ ਸਾਲਾਂ ਤੋਂ ਵੀ ਵੱਧ ਆ ਰਹੀ ਹੈ। ਕਈ ਵਾਰੀ ਦੇਖਣ 'ਚ ਆਇਆ ਵੀ ਟਾਂਡਾ ਮਜ਼ਬੂਤ ਵੀ ਹੁੰਦਾ, ਦੇਖਣ ਨੂੰ ਵੀ ਆਉਂਦਾ, ਤੇ ਛੱਲੀ ਉਹਨੂੰ ਬੜੀ ਪਤਲੀ ਪਤਲੀ ਲੱਗੀ ਹੁੰਦੀ ਹੈ। ਉਹਦਾ ਕਾਰਨ ਕੀ ਆ? ਕੋਈ ਬਿਮਾਰੀ ਹੈ ਜਾਂ ਕਈ ਵਾਰੀ ਪੱਤੇ ਤਾਂ ਹੁੰਦੇ ਆ, ਕਈ ਵਾਰੀ ਸੁੱਕੇ ਜਿਹੇ ਪੱਤੇ ਵੀ ਨਜ਼ਰ ਆਉਂਦੇ ਆ ਤੇ ਕਈ ਵਾਰੀ ਪੱਤੇ ਹਰੇ ਹੁੰਦੇ ਆ ਤੇ ਜਿਹੜਾ ਫਲ ਹੈ ਛੱਲੀ ਹੈ ਉਹ ਬੜੀ ਪਤਲੀ ਆਉਂਦੀ ਹੈ। ਇਹ ਜਿਹੜੀ ਤੁਸੀਂ ਬਿਮਾਰੀ ਗੱਲ ਕਰ ਰਹੇ ਹੋ ਇਹਦਾ ਨਾਮ ਹੈ ਪਛੇਤਾ ਮੁਰਝਾਉਣਾ। ਤੇ ਇਹ ਜਦੋਂ ਆਪਣੀ ਦਾਣੇ ਬਣਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ
ਉਸ ਟਾਈਮ ਤੇ ਇਸ ਬਿਮਾਰੀ ਦਾ ਹਮਲਾ ਹੁੰਦਾ ਹੈ। ਇਹ ਇੱਕ ਗੁੰਝਲਦਾਰ ਰੋਗ ਹੈ। ਗੁੰਝਲਦਾਰ ਮੈਂ ਇਸ ਲਈ ਕਹਾਂਗੀ ਕਿਉਂਕਿ ਇਹ ਕਈ ਤਰ੍ਹਾਂ ਦੀ ਉੱਲੀ ਦੇ ਨਾਲ ਹੋ ਸਕਦਾ ਹੈ। ਇਹਦੇ ਵਿੱਚ ਮੈਕਰੋਫੋਮੀਨਾ, ਫਿਜ਼ੇਰੀਅਮ, ਕਈ ਤਰ੍ਹਾਂ ਦੀ ਉੱਲੀ ਹੈ ਜਿਹੜੀ ਕਿ ਖੇਤ ਦੇ ਵਿੱਚ ਮਿੱਟੀ ਦੇ ਵਿੱਚ ਰਹਿੰਦੀ ਹੈ, ਉਹ ਇਸ 'ਤੇ ਹਮਲਾ ਕਰ ਸਕਦੀ ਹੈ। ਔਰ ਇਹਦੇ ਨਾਲ ਜਿਹੜੇ ਪੱਤੇ, ਜਿਹੜਾ ਆਪਣਾ ਟਾਂਡਾ ਹੈ, ਇਹਦਾ ਜਿਹੜਾ ਬਾਹਰਲਾ ਹਰਾਪਣ ਹੈ ਉਹ ਖਤਮ ਹੋ ਜਾਂਦਾ ਹੈ। ਔਰ ਇਹਦੇ ਨਾਲ ਜਿਹੜੇ ਥੱਲੇ ਟਾਂਡੇ ਦੀਆਂ ਪੋਰੀਆਂ ਦਾ ਰੰਗ ਜਿਹੜਾ ਬਦਲ ਜਾਂਦਾ, ਜਿਵੇਂ ਆਪਾਂ ਥੱਲੇ 2-3 ਨੋਡਸ ਕਹਿੰਦੇ ਆ ਉਹਨਾਂ ਦਾ ਰੰਗ ਬਦਲ ਜਾਂਦਾ ਹੈ। ਅੰਦਰੋਂ ਜਿਹੜਾ ਟਾਂਡਾ ਹੈ ਉਹ ਖੋਖਲਾ ਹੋ ਜਾਂਦਾ ਹੈ। ਤੇ ਜਦੋਂ ਆਪਾਂ ਇਸ ਟਾਂਡੇ ਨੂੰ ਪਾੜ ਕੇ ਦੇਖਦੇ ਹਾਂ ਤੇ ਅੰਦਰੋਂ ਆਪਾਂ ਨੂੰ ਇਹਦੇ ਵਿੱਚ ਕਾਲੇ ਰੰਗ ਦੀਆਂ ਜਾਂ ਗੁਲਾਬੀ ਰੰਗ ਦੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ। ਇਹ ਡਿਪੈਂਡ ਕਰਦਾ ਹੈ ਕਿ ਕਿਹੜੀ ਉੱਲੀ ਦੇ ਨਾਲ ਇਹਨੂੰ ਨੁਕਸਾਨ ਹੋ ਰਿਹਾ ਹੈ। ਸੋ ਜੇ ਆਪਾਂ ਨੂੰ ਇਸ ਤਰ੍ਹਾਂ ਦੇ ਲੱਛਣ ਲੱਗਣ ਤਾਂ ਇਹਦਾ ਮਤਲਬ ਕਿ ਇਹ ਪਛੇਤਾ ਮੁਰਝਾਉਣਾ ਹੈ। ਇਹਦੇ ਨਾਲ ਛੱਲੀਆਂ ਦੇ ਜਿਹੜਾ ਯੀਲਡ ਹੈ ਉਹਦੇ 'ਤੇ ਵੀ ਅਸਰ ਪੈ ਸਕਦਾ ਹੈ। ਇਹਦੇ ਲਈ ਜਿਹੜੇ ਕਿਸਾਨ ਵੀਰ ਹੈ, ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ, ਕਿਸਾਨ ਵੀਰ ਕਿੱਦਾਂ ਧਿਆਨ ਰੱਖਣ ਤੇ ਕੀ ਇਹਨੂੰ ਉਪਰਾਲਾ ਕਰਨ, ਕਿੱਥੇ ਜਾਣਕਾਰੀ ਲੈਣ? ਕਿਉਂਕਿ ਇਹ ਲੇਟ ਸਟੇਜ ਤੇ ਆਂਦੀ ਹੈ, ਇਸ ਲਈ ਅਸੀਂ ਇਹਨੂੰ ਕੋਈ ਕੈਮੀਕਲ ਦੀ ਸਪਰੇਅ ਉਸ ਟਾਈਮ ਤੇ ਅਸੀਂ ਸਿਫਾਰਿਸ਼ ਨਹੀਂ ਕਰ ਸਕਦੇ। ਸੋ ਇਸ ਦੇ ਲਈ ਕਿਸਾਨ ਵੀਰਾਂ ਨੂੰ ਜਦੋਂ ਆਪਾਂ ਕਿਸਮ ਦੀ ਚੋਣ ਕਰਨੀ ਹੈ ਉਹਦੇ ਵਾਸਤੇ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ ਕਿ ਆਪਾਂ ਉਹੀ ਕਿਸਮ ਲਾਈਏ ਜਿਹਦੇ ਵਿੱਚ ਇਸ ਬਿਮਾਰੀ ਨੂੰ ਟਾਕਰਾ ਕਰਨ ਦੀ ਸਮਰੱਥਾ ਹੋਵੇ। ਤੇ ਉਹ ਜਿਹੜੀਆਂ ਆਪਣੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਨੇ, ਉਹਨਾਂ 'ਤੇ ਅਸੀਂ ਲਗਾਤਾਰ ਇੱਥੇ ਕੰਮ ਕਰ ਰਹੇ ਹਾਂ। ਉਹਨਾਂ ਦੀ ਸਕਰੀਨਿੰਗ ਆਪਣੀ ਹਰ ਸਾਲ ਹੁੰਦੀ ਹੈ ਔਰ ਜਿਹੜੀਆਂ ਕਿਸਮਾਂ ਦੇ ਵਿੱਚ ਇਸ ਨੂੰ ਜਿਹੜੀਆਂ ਰੈਜ਼ਿਸਟੈਂਟ ਆਉਂਦੀਆਂ ਹਨ, ਮੋਡਰੇਟਲੀ ਰੈਜ਼ਿਸਟੈਂਟ ਆਉਂਦੀਆਂ ਹਨ, ਉਹੀ ਅਸੀਂ ਅੱਗੇ ਜਿਹੜੀਆਂ ਕਿਸਾਨ ਵੀਰਾਂ ਵਾਸਤੇ ਸਿਫਾਰਿਸ਼ ਕਰਦੇ ਹਾਂ। ਤੇ ਜਿਹੜੀਆਂ ਆਪਣੀਆਂ PMH 13 ਹੈ, PMH 11, PMH 1 ਹੈ, ਇਹ ਸਾਰੀਆਂ ਹੀ ਇਸ ਬਿਮਾਰੀ ਨੂੰ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਤੇ ਉਹ ਅਸੀਂ ਕਹਿੰਦੇ ਹਾਂ ਵੀ ਕਿਸਾਨ ਵੀਰ ਉਹੀ ਕਿਸਮਾਂ ਦੀ ਬਿਜਾਈ ਕਰਨ। ਤੇ ਦੂਸਰੀ ਗੱਲ ਹੈ ਕਿ ਜਦੋਂ ਬੂਰ ਪੈਣ ਲੱਗਦਾ ਹੈ ਖੇਤ ਦੇ ਵਿੱਚ, ਉਸ ਸਮੇਂ ਜਿਹੜੀ ਪਾਣੀ ਦੀ ਘਾਟ ਨਾ ਆਉਣ ਦੇਣ। ਉਸ ਦੇ ਨਾਲ ਵੀ ਇਸ ਬਿਮਾਰੀ ਦਾ ਜਿਹੜਾ ਆਪਾਂ ਨੁਕਸਾਨ ਹੈ ਉਹ ਘਟਾਇਆ ਜਾ ਸਕਦਾ ਹੈ। ਤੇ ਤੀਸਰਾ ਜਿਹੜਾ ਆਪਣਾ ਖਾਦਾਂ ਦੀ ਵਰਤੋਂ ਹੈ, ਉਹ ਵੀ ਆਪਾਂ ਜਿਹੜੀ ਰਿਕਮੈਂਡਡ ਆਪਣੀ ਹੈਗੀ ਆ ਉਹ ਉਸ ਟਾਈਮ ਤਾਂ ਦੀ ਕਰਨ। ਜ਼ਿਆਦਾ ਖਾਦਾਂ ਦੀ ਵਰਤੋਂ ਦੇ ਨਾਲ ਵੀ ਇਸ ਬਿਮਾਰੀ ਦੇ ਵਿੱਚ ਵਾਧਾ ਹੁੰਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਮੱਕੀ ਦੀ ਫਸਲ ਨੂੰ ਝੁਲਸ ਰੋਗ ਬਾਰੇ ਦੱਸਿਆ ਹੈ, ਪੱਤੇ ਨੂੰ ਵੀ ਲੱਗ ਸਕਦਾ, ਟਾਂਡਿਆਂ ਨੂੰ ਵੀ ਲੱਗ ਸਕਦਾ, ਇਹਦੇ ਨਾਲ ਜਿਹੜਾ ਫਸਲ ਦਾ ਬਹੁਤ ਸਾਰਾ ਨੁਕਸਾਨ ਵੀ ਹੁੰਦਾ। ਕੀ ਇਹਦੇ ਤੋਂ ਇਲਾਵਾ ਕੋਈ ਹੋਰ ਬਿਮਾਰੀ ਵੀ ਲੱਗ ਸਕਦੀ ਹੈ? ਸਾਡੇ ਜਿਹੜੇ ਕਿਸਾਨ ਹੈ ਉਹ ਅਲਰਟ ਰਹਿਣ, ਇਹ ਦੇਖਣ ਵੀ ਇਹ ਤੋਂ ਇਲਾਵਾ ਵੀ ਕੋਈ ਬਿਮਾਰੀ ਲੱਗ ਸਕਦੀ, ਉਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ। ਜਿਵੇਂ ਮੈਂ ਦੱਸਿਆ ਕਿ ਝੁਲਸ ਰੋਗ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਪੱਤਾ ਝੁਲਸ ਰੋਗ ਹੈ, ਇੱਕ ਟਾਂਡਿਆਂ ਤੇ ਪੱਤਿਆਂ ਦਾ ਝੁਲਸ ਰੋਗ ਹੈ। ਉਸ ਤੋਂ ਇਲਾਵਾ ਇੱਕ ਹੋਰ ਬਿਮਾਰੀ ਹੈ ਜਿਹਨੂੰ ਆਪਾਂ ਬਰਾਊਨ ਸਟ੍ਰਾਈਪ ਡਾਊਨੀ ਮਿਲਡਿਊ ਕਹਿੰਦੇ ਹਾਂ, ਜਿਹੜੀ ਕਿ ਪੂਰੀ ਜਾਲੇਦਾਰ ਉੱਲੀ ਹੈ। ਉਹ ਵੀ ਕਿਤੇ ਕਿਤੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ। ਉਹਦੇ ਵਿੱਚ ਜਿਹੜੇ ਲੱਛਣ ਹਨ, ਉਹਦੇ 'ਚ ਪੱਤਿਆਂ ਦੇ ਉੱਤੇ ਜਿਹੜੇ ਆ ਭੂਰੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਤੇ ਜਦੋਂ ਉਹ ਪੱਤੇ ਆਪਾਂ ਉਹਨਾਂ ਨੂੰ ਮੋੜ ਕੇ ਥੱਲੜਾ ਹਿੱਸਾ ਪੱਤਿਆਂ ਦਾ ਦੇਖਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਚਿੱਟੀ ਉੱਲੀ ਵੀ ਨਜ਼ਰ ਆਉਂਦੀ ਹੈ। ਇਹ ਚਿੱਟੀ ਉੱਲੀ ਜਿਹੜੀ ਹੈ ਆਪਾਂ ਨੂੰ ਸਵੇਰ ਦੇ ਟਾਈਮ ਜਿਹੜੀ ਹੈ ਜ਼ਿਆਦਾ ਨਜ਼ਰ ਆਉਂਦੀ ਹੈ। ਉਹਦੇ ਵਿੱਚ ਜਿਹੜੇ ਹੈ ਆਪਾਂ ਨੂੰ ਊਸਪੋਰਸ, ਉਹਦੇ ਸਪਰੈਂਜੀਆ, ਸਪਰੈਂਜੀਫੋਰਸ ਨਜ਼ਰ ਆਉਂਦੇ ਹਨ। ਤੇ ਇਹ ਜਿਹੜੀ ਬਿਮਾਰੀ ਹੈ ਇੱਕ ਉੱਲੀ ਕਰਕੇ ਹੁੰਦੀ ਹੈ। ਔਰ ਇਹ ਉੱਲੀ ਜਿਹੜੀ ਹੈ ਇੱਕ ਤਾਂ ਖੇਤਾਂ ਦੇ ਵਿੱਚ ਫਸਲ ਦੀ ਰਹਿੰਦ ਖੂੰਹਦ ਦੇ ਉੱਤੇ ਰਹਿੰਦੀ ਹੈ। ਤੇ ਦੂਸਰਾ ਜਿਹੜਾ ਇੱਕ ਆਪਣਾ ਨਦੀਨ ਹੈਗਾ, ਤਕੜੀ ਘਾਹ, ਉਹਦੇ ਉੱਤੇ ਵੀ ਇਹ ਜਿਹੜਾ ਪੈਥੋਜਨ ਹੈ ਇਹ ਸਰਵਾਈਵ ਕਰਦਾ ਹੈ। ਸੋ ਇਸ ਦੀ ਰੋਕਥਾਮ ਵਾਸਤੇ ਆਪਾਂ ਜਿਹੜਾ ਕਹਿੰਦੇ ਆ ਕਿ ਇੱਕ ਤਾਂ ਖੇਤਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਤਕੜੀ ਘਾਹ ਨਾ ਹੋਣ ਦਿਓ। ਉਸ 'ਤੇ ਜਦੋਂ ਆਪਾਂ ਉਹਨੂੰ ਨਹੀਂ ਹੋਣ ਦੇਵਾਂਗੇ ਤਾਂ ਇਹ ਬਿਮਾਰੀ ਦਾ ਅਸਰ ਘੱਟ ਜਾਂਦਾ ਹੈ। ਦੂਜਾ, ਜੇ ਕਿਤੇ ਆਪਾਂ ਨੂੰ ਇਹ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਆਪਾਂ ਇਹਦੇ ਵਾਸਤੇ ਰੋਕਥਾਮ ਕਰ ਸਕਦੇ ਹਾਂ। ਆਪਣੇ ਕੋਲ ਇੱਕ ਦਵਾਈ ਹੈ ਇੰਡੋਫਿਲ M45 ਦੀ, ਜੋ ਆਪਾਂ ਅੱਗੇ ਪੱਤਾ ਝੁਲਸ ਰੋਗ ਵਾਸਤੇ ਦੱਸਿਆ ਹੈ, ਸੇਮ ਹੀ ਦਵਾਈ ਹੈ। ਉਹਨੂੰ ਆਪਾਂ 200 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਉਸ ਦੀ ਸਪਰੇਅ ਕਰ ਸਕਦੇ ਹਾਂ। ਤੇ ਲੋੜ ਪੈਣ ਤੇ ਜਿਹੜਾ ਦੂਜਾ ਜਾਂ ਤੀਜਾ ਛਿੜਕਾਅ ਉਹਦਾ 10 ਦਿਨ ਦੇ ਵਕਤ ਤੇ ਦੁਬਾਰਾ ਕਰ ਸਕਦੇ ਹਾਂ। ਡਾਕਟਰ ਸਾਹਿਬ, ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਪੁੱਛਣੀ ਚਾਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਰਿਕਮੈਂਡ ਕਰਦੀ ਹੈ, ਕਿਸਾਨਾਂ ਨੂੰ ਬਾਰ-ਬਾਰ ਸੈਮੀਨਾਰ ਵੀ ਲਾਏ ਜਾਂਦੇ ਆ। ਭਾਰਤ ਸਰਕਾਰ ਦੀ ਪਾਲਿਸੀ ਹੈ ਕਿ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਕੱਢਿਆ ਜਾਵੇ। ਅਸੀਂ ਕਣਕ ਤੇ ਝੋਨੇ ਵੱਲ ਹਮੇਸ਼ਾ ਰਹਿੰਦੇ ਹਾਂ। ਕਿ ਮੱਕੀ ਦੀ ਫਸਲ ਜਿਹੜੀ ਆ ਅਸੀਂ ਵੱਧ ਬੀਜੀ ਹੈ, ਅਸੀਂ ਮੱਕੀ ਦੀ ਫਸਲ ਵੱਲ ਸਾਡੇ ਜਿਹੜੇ ਖਾਸ ਕਰਕੇ ਪੰਜਾਬ ਦੇ ਕਿਸਾਨ ਆ ਬਾਹਲੀ ਤਵੱਜੋ ਇਸ ਕਰਕੇ ਨਹੀਂ ਦਿੰਦੇ ਕਿ ਥੋੜ੍ਹੀ ਜਿਹੀ ਲਾ ਲਈ ਜੀ। ਜਿਵੇਂ ਹੁਣ 20 ਏਕੜ ਅਸੀਂ ਝੋਨਾ ਲਾਇਆ ਜਾਂ ਕਣਕ ਲਾਈ ਆ, ਅਤੇ ਮੱਕੀ ਜੇ ਲਾਉਣੀ ਆ ਤਾਂ 1-1.5 ਏਕੜ ਲਾ ਲਓ, ਕੋਈ ਗੱਲ ਨਹੀਂ, ਖਾਣ ਪੀਣ ਨੂੰ ਹੋ ਜੂ। ਕਿ ਜੇ ਇਹਨਾਂ ਫਸਲਾਂ ਦੇ ਨਾਲ ਨਾਲ ਅਸੀਂ ਮੱਕੀ ਵਾਲੇ ਪਾਸੇ ਆਉਣਾ, ਕਿ ਇਹਦੇ ਨਾਲ ਵੀ ਕਿਸਾਨ ਜਿਹੜੇ ਸਾਡੇ ਖੁਸ਼ਹਾਲ ਬਣ ਸਕਦੇ, ਇਹਦੇ ਬਾਰੇ ਜ਼ਰੂਰ ਸਾਡੇ ਕਿਸਾਨਾਂ ਨੂੰ ਜ਼ਰੂਰ ਦੱਸੋ। ਇਹਦੇ ਵਿੱਚ ਜਿਹੜੇ ਪੰਜਾਬ ਦੀ ਅਜੋਕੀ ਖੇਤੀ ਹੈਗੀ ਹੈ ਉਹਦੇ ਸੰਦਰਭ ਦੇ ਵਿੱਚ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਝੋਨੇ ਅਤੇ ਜਿਹੜਾ ਕਣਕ ਦਾ ਫਸਲੀ ਚੱਕਰ ਹੈ ਉਹਦੇ ਹੇਠਾਂ ਜਿਹੜਾ ਰਕਬਾ ਆਪਣਾ ਘਟਾਇਆ ਜਾਵੇ। ਤੇ ਉਸ ਦੇ ਵਿੱਚ ਫਸਲੀ ਵਿਭਿੰਨਤਾ ਦੀ ਗੱਲ ਆਉਂਦੀ ਹੈ। ਤੇ ਝੋਨੇ ਦੇ ਬਦਲ ਦੇ ਵਿੱਚ ਜਿਹੜਾ ਹੈਗਾ ਮੁੱਖ ਰੂਪ ਤੇ ਮੱਕੀ ਨੂੰ ਵੇਖਿਆ ਗਿਆ ਹੈ।
ਸੋ ਮੱਕੀ ਦੀ ਫਸਲ ਲੈ ਕੇ ਕਿਸਾਨ ਵੀਰ ਫਾਇਦਾ ਲੈ ਸਕਦੇ ਹਨ ਜੇ ਉਹ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ, ਜਿਵੇਂ ਜਿਹੜੀਆਂ ਵੀ ਆਪਣੀਆਂ PAU ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਹੈਗੀਆਂ, ਜਿਵੇਂ ਕਿ ਆਪਾਂ ਖੇਤੀ ਬਿਜਾਈ ਦਾ ਸਮਾਂ ਹੈ, ਔਰ ਜਿਵੇਂ ਆਪਣੀ ਨਦੀਨਾਂ ਦੀ ਰੋਕਥਾਮ ਹੈ, ਕਿਸਮ ਦੀ ਚੋਣ ਹੈ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਹੈ, ਜੇ ਆਪਾਂ ਉਹ ਸਹੀ ਤਰੀਕੇ ਦੇ ਨਾਲ ਤੇ ਸਹੀ ਸਮੇਂ 'ਤੇ ਕਰੀਏ ਤੇ ਉਹ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਇਸ ਮੱਕੀ ਤੋਂ ਕਾਫੀ ਲਾਹੇਵੰਦ ਉਹਨਾਂ ਨੂੰ ਸਾਬਿਤ ਹੋ ਸਕਦੀ ਹੈ। ਤੇ ਜਿਵੇਂ ਆਪਾਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜੇ ਆਪਾਂ ਸਹੀ ਸਮੇਂ 'ਤੇ ਆਪਾਂ ਨੂੰ ਪਹਿਚਾਣ ਹੋ ਜਾਵੇ ਵੀ ਇਹ ਬਿਮਾਰੀ ਕਿਸੇ ਉੱਲੀ ਕਰਕੇ ਹੈ ਜਾਂ ਕਿਸੇ ਜੀਵਾਣੂ ਰੋਗ ਕਰਕੇ ਹੈ ਤੇ ਉਹਨਾਂ ਦੀ ਰੋਕਥਾਮ ਜਿਹੜੀ ਹੈ ਸਹੀ ਟਾਈਮ 'ਤੇ ਆਪਾਂ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਆਪਾਂ ਜਿਹੜਾ ਉਹਨਾਂ ਤੋਂ ਹੋਣ ਵਾਲਾ ਨੁਕਸਾਨ ਹੈ ਉਹ ਕਾਫੀ ਹੱਦ ਤੱਕ ਘਟਾ ਸਕਦੇ ਹਾਂ ਤੇ ਕਿਸਾਨ ਵੀਰ ਜਿਹੜੇ ਹੈਗੇ ਇਸ ਫਸਲ ਤੋਂ ਉਚੇਰਾ ਝਾੜ ਪ੍ਰਾਪਤ ਕਰ ਸਕਦੇ ਹਨ। ਡਾਕਟਰ ਸਾਹਿਬ, ਜਦੋਂ ਫਸਲ ਸਾਡੀ ਮੱਕੀ ਦੀ ਥੋੜੀ ਜੀ ਉੱਚੀ ਹੁੰਦੀ ਆ ਉਹਦੇ ਨਾਲ ਸਾਡੇ ਖੇਤਾਂ 'ਚ ਜਿਹੜੇ ਆ ਮੱਕੀ ਦੀ ਫਸਲ ਦੇ ਨਾਲ ਨਦੀਨ ਜਿਹੜੇ ਪੈਦਾ ਹੋ ਜਾਂਦੇ ਆ, ਉਹ ਕਈ ਵਾਰੀ ਕਿਸਾਨ ਇਹ ਸੋਚਦਾ ਵੀ ਜੇ ਮੈਂ ਕਿਤੇ ਸਪਰੇਅ ਕਰਤੀ ਜਾਂ ਜੇ ਮੈਂ ਕਿਤੇ ਦਵਾਈ ਪਾਤੀ ਤੇ ਮੇਰੀ ਮੱਕੀ ਦੀ ਫਸਲ ਜਿਹੜੀ ਆ ਉਹਨੂੰ ਨੁਕਸਾਨ ਨਾ ਹੋਵੇ। ਇਹ ਨਦੀਨਾਂ ਬਾਰੇ ਥੋੜਾ ਜਿਹਾ ਦੱਸੋ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੀ ਰეკਮੈਂਡ ਕਰਦੀ ਆ, ਕਿਹੜੀ ਦਵਾਈ ਰეკਮੈਂਡ ਕਰਦੀ ਆ, ਕਿਸਾਨ ਨਾ ਡਰਨ ਕਿ ਉਹ ਜਿਹੜੇ ਟਾਂਡਾ ਉਹਨੂੰ ਨੁਕਸਾਨ ਨਹੀਂ ਹੋ ਸਕਦਾ, ਨਦੀਨ ਹੀ ਮਾਰਨਗੇ, ਇਹਦੇ ਬਾਰੇ ਵੀ ਜ਼ਰੂਰ ਦੱਸੋ। ਇਹਦੇ ਵਿੱਚ ਜਿਹੜੀਆਂ ਆਪਣੀ ਜਿਹੜੀ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕੀਤੀ ਹੋਈ ਹੈ ਮੱਕੀ ਦੀ ਸੌਣੀ ਮੱਕੀ ਦੀ ਰੁੱਤ ਦੀ ਜਿਹੜੀ ਪੈਕੇਜ ਹੈ ਉਹਦੇ ਵਿੱਚ ਸਾਰਾ ਦੱਸਿਆ ਹੋਇਆ ਹੈ। ਇਹਦੇ ਵਿੱਚ ਐਟਰਾਟਾਫ ਦਵਾਈ ਹੈਗੀ ਹੈ ਜਿਹੜੀ ਆਪਾਂ ਰਿਕਮੈਂਡ ਕਰਦੇ ਹਾਂ ਬਿਜਾਈ ਦੇ ਸਮੇਂ। ਉਸ ਤੋਂ ਬਾਅਦ ਜਿਹੜਾ ਆਪਣਾ ਲੋਡਿਸ ਇੱਕ ਹੋਰ ਦਵਾਈ ਹੈ ਟੈਂਬੋਟ੍ਰੀਓਨ, ਉਹਦੀ ਆਪਾਂ ਸਿਫਾਰਿਸ਼ ਕੀਤੀ ਹੋਈ ਹੈ। ਉਹਦੇ ਨਾਲ ਜਿਹੜਾ ਹੈਗਾ ਸਿਰਫ ਨਦੀਨਾਂ ਨੂੰ ਹੀ ਨੁਕਸਾਨ ਹੋਏਗਾ, ਜਿਹੜੀ ਮੱਕੀ ਦੀ ਫਸਲ ਹੈ ਉਹਦੇ 'ਤੇ ਕੋਈ ਨੁਕਸਾਨ ਨਹੀਂ ਹੁੰਦਾ। ਤੇ ਇੱਕ ਜਿਵੇਂ ਤੁਸੀਂ ਬਰਸਾਤਾਂ ਦੀ ਗੱਲ ਕੀਤੀ, ਜਿਵੇਂ ਬਰਸਾਤਾਂ ਵਾਲਾ ਮੌਸਮ ਹੈਗਾ ਉਹਦੇ ਨਾਲ ਜਿਹੜਾ ਖੇਤਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ, ਉਸ ਟਾਈਮ 'ਤੇ ਜਿਹੜੀ ਇੱਕ ਬਿਮਾਰੀ ਜਿਹੜੀ ਆਉਂਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਟਾਂਡੇ ਦਾ ਗਲਣਾ। ਸੋ ਉਹ ਬਿਮਾਰੀ ਕਿਤੇ ਕਿਤੇ ਸਾਨੂੰ ਦੇਖਣ ਨੂੰ ਮਿਲੀ ਹੈ, ਜਿਵੇਂ ਕਈਆਂ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਪਹਾੜੀਆਂ ਜ਼ਮੀਨਾਂ ਹਨ, ਉੱਥੇ ਪਾਣੀ ਦਾ ਨਿਕਾਸ ਨਹੀਂ ਚੰਗੀ ਤਰ੍ਹਾਂ ਹੈਗਾ, ਪਾਣੀ ਖੜ ਜਾਂਦਾ ਹੈ, ਤਾਂ ਉੱਥੇ ਜਿਹੜੀ ਹੈ ਉਹਦੇ ਲੱਛਣ ਇਸ ਤਰ੍ਹਾਂ ਹਨ ਕਿ ਜਿਹੜੇ ਟਾਂਡੇ ਨੀਚੋਂ ਦੂਜੀ ਜਾਂ ਤੀਜੀ ਗੰਢ ਤੋਂ ਉਹਦੇ ਵਿੱਚ ਜਿਹੜੀ ਹੈ ਪਾਣੀ ਭਿੱਜੇ ਨਿਸ਼ਾਨ ਪੈ ਜਾਂਦੇ ਹਨ ਤੇ ਹੌਲੀ ਹੌਲੀ ਜਿਹੜਾ ਹੈਗਾ ਟਾਂਡਾ ਉਹ ਮਰਨਾ ਸ਼ੁਰੂ ਹੋ ਜਾਂਦਾ ਹੈ। ਤੇ ਜੇ ਆਪਾਂ ਨਿਯੰਤਰਣ ਆਪਣਾ ਸਰਵੇਖਣ ਨਹੀਂ ਕਰਦੇ ਖੇਤ ਦਾ ਤਾਂ ਉਹ ਜਿਹੜਾ ਹੈ ਟਾਂਡਾ ਡਿੱਗ ਜਾਂਦਾ ਹੈ ਤੇ ਡਿੱਗ ਕੇ ਸੁੱਕ ਜਾਂਦਾ ਹੈ। ਦੂਸਰੀ ਗੱਲ ਜਿਹੜੀ ਆਪਾਂ ਉਹਦੇ ਚੋਂ ਆਪਾਂ ਬਦਬੂ ਦੇਖਦੇ ਹਾਂ, ਜਦੋਂ ਆਪਾਂ ਸੁੰਘ ਕੇ ਦੇਖਦੇ ਹਾਂ ਉਹ ਟਾਂਡੇ ਨੂੰ ਤਾਂ ਉਹਦੇ ਵਿੱਚੋਂ ਆਪਾਂ ਨੂੰ ਸਮੈਲ ਬਹੁਤ ਆਉਂਦੀ ਹੈ, ਬਦਬੂ ਆਉਂਦੀ ਹੈ ਤੇ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਉੱਲੀ ਕਰਕੇ ਨਹੀਂ ਹੈ, ਇਹ ਇੱਕ ਜੀਵਾਣੂ ਰੋਗ ਹੈ ਜਿਹਨੂੰ ਆਪਾਂ ਬੈਕਟੀਰੀਆ ਕਹਿੰਦੇ ਹਾਂ। ਸੋ ਉਹ ਬੈਕਟੀਰੀਅਲ ਸਟਾਕ ਰੌਟ ਦੀ ਬਿਮਾਰੀ ਹੈ ਤੇ ਉਹਦੇ ਵਿੱਚ ਜਿਹੜਾ ਟਾਂਡੇ ਦਾ ਜਿਹੜਾ ਬਾਹਰਲਾ ਹਰਾਪਨ ਹੈ ਉਹ ਖਤਮ ਹੋ ਜਾਂਦਾ ਹੈ ਤੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਟਾਂਡਾ ਜਿਹੜਾ ਹੈਗਾ ਪਾਣੀ ਦੇ ਵਿੱਚ ਉਬਾਲਿਆ ਹੋਵੇ। ਸੋ ਉਸ ਦੇ ਲਈ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਕਹੂੰਗੀ ਕਿ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਿਮਾਰੀ ਜਿਹੜੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਉਹ ਪੱਧਰੀ ਬਿਜਾਈ ਨਾ ਕਰਕੇ ਉਹਨੂੰ ਵੱਟਾਂ 'ਤੇ ਜਾਂ ਬੈੱਡਾਂ 'ਤੇ ਉਸ ਦੀ ਬਿਜਾਈ ਕਰਨ। ਤੇ ਦੂਸਰੀ ਗੱਲ ਆਪਾਂ ਜਿਹੜਾ ਨਿਯੰਤਰਣ ਸਰਵੇਖਣ ਹੈ, ਜਿਵੇਂ ਆਪਣਾ ਬਾਰਿਸ਼ਾਂ ਜੁਲਾਈ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਗਸਤ ਦੇ ਮਹੀਨੇ ਸ਼ੁਰੂ ਹੋ ਜਾਂਦੀਆਂ ਹਨ ਤੇ ਕਿਸਾਨ ਵੀਰ ਜ਼ਰੂਰ ਇਹ ਆਪਣਾ ਖੇਤ ਦੇ ਵਿੱਚ ਚੱਕਰ ਲਾਉਣ। ਜੇ ਉਹਨਾਂ ਨੂੰ ਲੱਗਦਾ ਹੈ ਕਿ 1-2 ਟਾਂਡੇ ਜਿਹੜੇ ਹੈਗੇ ਆ ਉਹ ਬਿਮਾਰੀ ਦੇ ਨਾਲ ਆਪਾਂ ਨੂੰ ਲੱਗ ਰਿਹਾ ਕਿ ਇਨਫੈਕਟ ਹੋਏ ਹਨ, ਉਹਨਾਂ ਨੂੰ ਜੜ੍ਹਾਂ ਤੋਂ ਹੀ ਪੁੱਟ ਕੇ ਆਪਾਂ ਸੁੱਟ ਦਈਏ, ਕਿਉਂਕਿ ਇਹ ਇੱਕ ਜੀਵਾਣੂ ਰੋਗ ਹੈ, ਬੈਕਟੀਰੀਆ ਹੈ ਜਿਹੜਾ ਕਿ ਪਾਣੀ ਦੇ ਨਾਲ ਬਹੁਤ ਜਲਦੀ ਫੈਲਦਾ ਹੈ ਤੇ ਇਹ ਜਿਹੜੇ ਬਿਮਾਰੀ ਵਾਲੇ ਬੂਟੇ ਹਨ ਇਹ ਹੈਲਦੀ ਬੂਟਿਆਂ 'ਤੇ ਵੀ ਅੱਗੋਂ ਫਿਰ ਪਾਣੀ ਦੇ ਨਾਲ ਅੱਗੋਂ ਫੈਲਾਅ ਹੁੰਦਾ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਪੁੱਟ ਕੇ ਬਾਹਰ ਸੁੱਟ ਦਈਏ ਤੇ ਆਪਾਂ ਉੱਥੇ ਪੱਧਰੀ ਬਿਜਾਈ ਨਾ ਕਰਕੇ ਆਪਾਂ ਵੱਟਾਂ 'ਤੇ ਅਤੇ ਉੱਥੇ ਆਪਾਂ ਜਿਹੜੀ ਹੈਗੇ ਆ ਬੈੱਡਾਂ 'ਤੇ ਉੱਥੇ ਬਿਜਾਈ ਕਰੀਏ। ਇਹ ਤਾਂ ਡਾਕਟਰ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਹੈ ਵੀ ਜਿਨ੍ਹਾਂ ਖੇਤਾਂ ਵਿੱਚ ਬਾਰਿਸ਼ਾਂ ਦਾ ਪਾਣੀ ਜਿਹੜਾ ਖੜਾ ਹੁੰਦਾ ਉੱਥੇ ਅਸੀਂ ਵੱਟਾਂ 'ਤੇ ਜਿਹੜੀ ਇਹ ਫਸਲ ਲਾਉਣੀ ਸ਼ੁਰੂ ਕਰੀਏ ਤਾਂ ਕਿ ਸਾਨੂੰ ਫਸਲ ਸਾਡੀ ਵਧੀਆ ਹੋਵੇ। ਹੋਰ ਤੁਸੀਂ ਕਿਸਾਨਾਂ ਨੂੰ ਮੱਕੀ ਦੀ ਫਸਲ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਜ਼ਰੂਰ ਦਿਓ। ਸਾਡੇ ਕਿਸਾਨ ਜਿਹੜੇ ਆ ਫਸਲੀ ਚੱਕਰ ਛੱਡ ਕੇ ਵਿਭਿੰਨਤਾ ਵੱਲ ਆਉਣ। ਪਿਛਲੇ ਕੁਝ ਸਾਲਾਂ ਤੋਂ ਸਰਕਾਰ ਵੀ ਇਹਦੇ ਵਾਸਤੇ ਬਹੁਤ ਜ਼ੋਰ ਲਗਾ ਰਹੀ ਹੈ ਕਿ ਆਪਾਂ ਮੱਕੀ ਦੇ ਥੱਲੇ ਰਕਬਾ ਵਧਾਈਏ, ਝੋਨੇ ਦੇ ਥੱਲੋਂ, ਕਿਉਂਕਿ ਪਾਣੀ ਵੀ ਆਪਣਾ ਦੇਖੋ ਜ਼ਮੀਨ ਦੇ ਵਿੱਚ ਖਤਮ ਹੋ ਰਿਹਾ ਹੈ। ਸੋ ਆਪਾਂ ਜਿਹੜੀਆਂ ਵੀ ਮੱਕੀ ਦੀਆਂ ਸਿਫਾਰਿਸ਼ ਕਿਸਮਾਂ, ਈਵਨ ਕਿ ਪ੍ਰਾਈਵੇਟ ਸੈਕਟਰ ਦੀਆਂ ਵੀ ਕੁਝ ਕਿਸਮਾਂ ਹੈਗੀਆਂ ਜਿਹੜੀਆਂ ਕਿ PAU ਨੇ ਸਿਫਾਰਿਸ਼ ਕੀਤੀਆਂ ਹਨ, ਉਹ ਵੀ ਅਸੀਂ ਇੱਥੇ ਟੈਸਟ ਕਰਕੇ ਪੈਕੇਜ ਦੇ ਵਿੱਚ ਲੈ ਕੇ ਆਏ ਹਾਂ ਤੇ ਕਿਸਾਨ ਵੀਰ ਉਹਨਾਂ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਲਾ ਸਕਦੇ ਹਨ। ਉਹਨਾਂ 'ਤੇ ਵੀ ਬਿਮਾਰੀਆਂ ਦਾ ਅਸਰ, ਕੀੜਿਆਂ ਦਾ ਅਸਰ ਘੱਟ ਹੁੰਦਾ ਹੈ। ਸੋ ਇਹਨਾਂ ਸਾਰੀਆਂ ਤਕਨੀਕਾਂ ਨੂੰ ਆਪਾਂ ਜਿਵੇਂ
ਕਦੋਂ ਕਿਹੜੀ ਆਪਾਂ ਕਿਸਮ ਲੈਣੀ ਹੈ, ਕਦੋਂ ਆਪਾਂ ਬਿਜਾਈ ਕਰਨੀ ਹੈ, ਨਦੀਨਾਂ ਦੀ ਰੋਕਥਾਮ ਆਪਾਂ ਕਿਸ ਤਰ੍ਹਾਂ ਕਰਨੀ ਹੈ, ਪਲੱਸ ਜਿਹੜੇ ਆਪਾਂ ਹੋਰ ਆਪਣੀਆਂ ਤਕਨੀਕਾਂ ਹਨ ਜਿਵੇਂ ਕੀੜਿਆਂ ਦੀ ਰੋਕਥਾਮ ਹੈ, ਬਿਮਾਰੀਆਂ ਦੀ ਰੋਕਥਾਮ ਹੈ, ਇਹਨਾਂ ਨੂੰ ਕਰਕੇ ਆਪਾਂ ਉਚੇਰਾ ਦਾ ਝਾੜ ਪ੍ਰਾਪਤ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਹਾਡੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਹੁਤ ਹੀ ਤਤਪਰ ਹੈ ਕਿ ਕਿਸਾਨਾਂ ਦੀ ਆਮਦਨ ਵਧੇ ਔਰ ਕਿਸਾਨ ਹਮੇਸ਼ਾ ਜਿਹੜਾ ਉਹ ਖੁਸ਼ਹਾਲ ਨਜ਼ਰ ਆਉਣ, ਇਹ ਤੁਹਾਡਾ ਉਪਰਾਲਾ ਵੀ ਰਹਿੰਦਾ। ਕੀ ਤੁਸੀਂ ਮੱਕੀ ਦੀ ਫਸਲ ਬਾਰੇ ਕੋਈ ਸੈਮੀਨਾਰ ਵੀ ਕਰਦੇ ਹੋ ਤੁਹਾਡੀ ਯੂਨੀਵਰਸਿਟੀ? ਕੀ ਕਿਸਾਨਾਂ ਨੂੰ ਦੱਸਿਆ ਜਾਂਦਾ, ਕੋਈ ਕੈਂਪ ਵੀ ਲਾਏ ਜਾਂਦੇ ਆ? ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ। ਇਹਦੇ ਵਾਸਤੇ ਆਪਣੇ ਕੋਲ ਜਿਹੜੇ ਡਿਫਰੈਂਟ KVKs ਹੈਗੇ ਹੈ ਜਾਂ ਰਿਸਰਚ ਸੈਂਟਰਸ ਹੈ, ਉੱਥੇ ਲਗਾਤਾਰ ਜਿਹੜੇ ਹੈ ਕੈਂਪ ਲੱਗਦੇ ਰਹਿੰਦੇ ਹਨ। ਉਹਨਾਂ ਦੇ ਵਿੱਚ ਅਸੀਂ ਮੱਕੀ ਦੀ ਤਕਨੀਕਾਂ ਬਾਰੇ ਜਾਣਕਾਰੀ ਦਿੰਦੇ ਹਾਂ। ਇੱਥੋਂ ਡਿਫਰੈਂਟ ਡਿਸਿਪਲਿਨਸ ਦੇ ਸਾਇੰਟਿਸਟ ਵੀ ਇੱਥੋਂ ਜਾਂਦੇ ਹਨ, ਐਂਟੋਮੋਲੋਜੀ ਦੇ, ਐਗਰੋਨਮੀ ਦੇ, ਬਰੀਡਰ, ਪੈਥੋਲੋਜਿਸਟ, ਸਾਰੇ ਇੱਥੇ ਜਾ ਕੇ ਉੱਥੇ ਵੇਰਵਾ ਦੇ ਕੇ ਆਉਂਦੇ ਹਨ। ਅਤੇ ਪਿਛਲੇ ਕੁਝ ਸਾਲਾਂ ਤੋਂ ਅਸੀਂ ਸੀਡ ਪ੍ਰੋਡਕਸ਼ਨ ਦੇ ਟ੍ਰੇਨਿੰਗ ਪ੍ਰੋਗਰਾਮਸ ਵੀ ਆਰਗੇਨਾਈਜ਼ ਕਰਦੇ ਰਹੇ ਹਾਂ। ਉਹਦੇ ਵਿੱਚ ਅਸੀਂ ਨਰ ਅਤੇ ਮਾਦਾ ਲਾਈਨਾਂ ਜਿਹੜੀਆਂ ਹੈਗੀਆਂ ਉਹ ਕਿਸਾਨ ਨੂੰ ਦਿੰਦੇ ਹਾਂ ਤਾਂ ਕਿ ਉਹ ਆਪਣੇ ਲੈਵਲ 'ਤੇ ਜਿਹੜਾ ਹੈਗਾ ਸੀਡ ਪ੍ਰੋਡਕਸ਼ਨ ਕਰ ਸਕਣ, ਤਾਂ ਕਿ ਉਹ ਆਪਣਾ ਹੀ ਬੀਜ ਬਣਾ ਕੇ ਆਪਣਾ ਅਗਲੇ ਸਾਲ ਉਹ ਲਾ ਸਕਣ। ਸੋ ਨਰ ਅਤੇ ਮਾਦਾ ਲਾਈਨਾਂ ਜਿਹੜੀਆਂ ਹੈਗੀਆਂ ਪਲਾਂਟ ਬਰੀਡਿੰਗ ਮੱਕੀ ਸੈਕਸ਼ਨ ਜਿਹੜਾ ਹੈਗਾ ਉਹ ਉਹਨਾਂ ਨੂੰ ਦੇ ਸਕਦਾ ਹੈ ਅਤੇ ਉਹ ਆਪਣਾ ਬੀਜ ਵੀ ਤਿਆਰ ਕਰ ਸਕਦੇ ਹਾਂ। ਡਾਕਟਰ ਹਰਲੀਨ ਹੋਣਾ ਨੇ ਬਹੁਤ ਹੀ ਅੱਛੀ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਅੱਜ ਦਿੱਤੀ ਹੈ ਔਰ ਆਪਣੇ ਵਿਚਾਰ ਸਾਂਝੇ ਕੀਤੇ ਆ। ਜਾਂਦਿਆਂ ਡਾਕਟਰ ਸਾਹਿਬ ਕੋਈ ਨੁਕਤਾ ਸਾਡੇ ਕਿਸਾਨਾਂ ਨੂੰ ਹੋਰ ਦੱਸੋ ਵੀ ਉਹ ਮੱਕੀ ਦੇ ਇਸ ਫੀਲਡ ਵੱਲ ਆਉਣ, ਅਤੇ ਮੱਕੀ ਦਾ ਤੁਸੀਂ ਇਹ ਵੀ ਦੱਸੋ ਵੀ ਝਾੜ ਜਿਹੜਾ ਉਹ ਘੱਟ ਨਹੀਂ ਹੋ ਸਕਦਾ। ਇਹ ਜਿੰਨਾ ਕਣਕ ਤੇ ਝੋਨੇ 'ਚੋਂ ਸਾਡੇ ਕਿਸਾਨ ਵੀਰਾਂ ਨੂੰ ਫਾਇਦਾ ਹੁੰਦਾ, ਮੱਕੀ 'ਚੋਂ ਵੀ ਓਨਾ ਹੀ ਫਾਇਦਾ ਹੁੰਦਾ, ਜਦ ਕਿ ਧਿਆਨ ਰੱਖਣ ਆਪਦੀ ਫਸਲ ਦਾ। ਕਿਸਾਨ ਵੀਰ ਜਿੰਨਾ ਆਪਣਾ ਔਸਤਨ ਝਾੜ ਅਸੀਂ ਪੈਕੇਜ ਦੇ ਵਿੱਚ ਲਿਖਿਆ ਹੋਇਆ ਹੈ ਉਸ ਤੋਂ ਵਧੇਰੇ ਝਾੜ ਜਿਹੜਾ ਹੈਗਾ ਕਿਸਾਨ ਵੀਰ ਲੈ ਸਕਦੇ ਹਨ। ਔਰ ਜੇ ਉਹ ਸਹੀ ਸਮੇਂ 'ਤੇ ਜਿਹੜੀਆਂ ਤਕਨੀਕਾਂ ਦੱਸੀਆਂ ਗਈਆਂ ਹਨ ਉਹਨਾਂ ਨੂੰ ਅਪਣਾਉਣ, ਕਿਉਂਕਿ ਇਹਦੇ ਵਿੱਚ ਜੇ ਇੱਕ ਵੀ ਆਪਣੀ ਤਕਨੀਕ ਖੁੰਝ ਜਾਂਦੀ ਹੈ ਤਾਂ ਉਹ ਜਿਹੜਾ ਹੈਗਾ ਮੱਕੀ ਦੀ ਫਸਲ 'ਤੇ ਕਾਫੀ ਨੁਕਸਾਨ ਪਾਉਂਦੀ ਹੈ। ਸੋ ਉਹ ਤਕਨੀਕਾਂ ਨੂੰ ਸਹੀ ਤਰ੍ਹਾਂ ਉਹਦਾ ਉਪਯੋਗ ਕਰਨ ਅਤੇ ਜਿਹੜੀਆਂ ਜਿੱਥੇ ਤੱਕ ਬਿਮਾਰੀਆਂ ਦੀ ਗੱਲ ਹੈ ਉਹਨਾਂ ਨੂੰ ਸਹੀ ਸਮੇਂ 'ਤੇ ਆਪਣਾ ਪਹਿਚਾਣ ਕੇ ਉਹਨਾਂ ਦੀ ਸਹੀ ਸਮੇਂ 'ਤੇ ਰੋਕਥਾਮ ਕਰਨ। ਜੇ ਫਿਰ ਵੀ ਕੋਈ ਕਿਸਾਨ ਵੀਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਜ਼ਰੂਰ ਸਾਡੇ ਮੱਕੀ ਸੈਕਸ਼ਨ ਮੱਕੀ ਵਿਭਾਗ ਵਾਲਿਆਂ ਨਾਲ ਸੰਪਰਕ ਕਰਨ ਅਤੇ ਅਸੀਂ ਉਹਨਾਂ ਦੀ ਹਮੇਸ਼ਾ ਹੀ ਮਦਦ ਵਾਸਤੇ ਤਤਪਰ ਹਾਂ। ਡਾਕਟਰ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਆਏ, ਅੱਜ ਮੱਕੀ ਦੀ ਫਸਲ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਹੀ ਅੱਛੀ ਜਾਣਕਾਰੀ ਦਿੱਤੀ ਔਰ ਮੈਂ ਆਸਵੰਦ ਹਾਂ ਕਿ ਤੁਹਾਡੀ ਇਸ ਜਾਣਕਾਰੀ ਦਾ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਵੀ ਹੋਵੇਗਾ। ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।